बिस्मिल्लाहिर्रहमानिर्रहीम अस्सलाम वालेकुम। की हाल चाल है ਤੁਹਾਡੇ ਸਾਰਿਆਂ ਦੇ? ਠੀਕ ਠਾਕ ਹੋ? ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ। ਅੱਜ ਮੈਂ ਤੁਹਾਡੇ ਨਾਲ ਕਾਵੇ ਦੀ ਰੈਸਪੀ ਸ਼ੇਅਰ ਕਰਾਂਗੀ ਤੇ ਇਹ ਜਿਹੜਾ ਕਾਵਾ ਵੀ ਬੜਾ ਖਾਸ ਕਾਵਾ ਵੇ। ਇਹ ਸਿਰਫ ਦੋ ਸ਼ੈਵਾਂ ਨਾਲ ਬਣੇਗਾ। ਇਹ ਇੱਕ ਸੌਂਫ ਹੈ, ਇਹ ਦੇਖ ਸਕਦੇ ਹੋ, ਇਹਨੂੰ ਕਹਿੰਦੇ ਨੇ ਸਬਜ਼ ਇਲਾਚੀ, ਛੋਟੀ ਇਲਾਚੀ। ਇਹ ਦੋਵੇਂ ਸ਼ੈਵਾਂ ਹਰ ਇੱਕ ਦੇ ਘਰ ਮੌਜੂਦ ਹੁੰਦੀਆਂ ਨੇ। ਤੇ ਕਾਵਾ ਬਣਾਉਣਾ ਸ਼ੁਰੂ ਕਰਨੇ ਆ ਤੇ ਨਾਲ ਮੈਂ ਤੁਹਾਨੂੰ ਇਹਦੇ ਫਾਇਦੇ ਦੱਸਾਂਗੀ। ਮੇਰੀ ਵੀਡੀਓ ਨੂੰ ਗੌਰ ਨਾਲ ਸੁਣਨਾ, ਇਨਸ਼ਾਅੱਲਾ ਤੁਹਾਨੂੰ ਬਹੁਤ ਫਾਇਦਾ होएगा। बिस्मिल्लाहिर्रहमानिर्रहीम। ये मैं 2 कप पानी ले लेता है, ठीक है। ये मैं उत्ते रख दिता है। पानी गर्म होता है, नाल मैं तुहानू दसनी है कि ਇਹਦੇ ਫਾਇਦੇ ਕੀ ਨੇ। ਫਾਇਦੇ ਦੇ ਇੰਨੇ ਜ਼ਿਆਦਾ ਨੇ ਜਿੰਨੇ ਕਿ ਮੇਰੇ ਕੋਲ ਦੱਸੇ ਜਾਣਗੇ ਮੈਂ ਦੱਸਾਂਗੀ। ਤੇ ਤੁਸੀਂ ਇਹਨੂੰ ਇਸਤੇਮਾਲ ਕਰਨਾ ਤੇ ਤੁਹਾਡੇ ਵੀ ਇਨਸ਼ਾਅੱਲਾ ਮਸਲੇ ਹੱਲ ਹੋਣਗੇ। ਅੱਜ ਕੱਲ੍ਹ ਮੈਦੇ ਦਾ ਮਸਲਾ ਹਰ ਇੱਕ ਨੂੰ ਰਹਿੰਦਾ ਹੈ। ਮੈਦੇ 'ਚ ਗੈਸ ਰਹਿੰਦੀ ਹੈਗੀ ਹੈ, ਸਿਰ 'ਚ ਦਰਦ ਰਹਿੰਦੀ ਹੈ। ਅਕਸਰ ਭੈਣ ਭਰਾਵਾਂ ਨੂੰ ਸ਼ਿਕਾਇਤ ਹੁੰਦੀ ਹੈ ਮੇਰੇ ਅੱਧੇ ਸਿਰ 'ਚ ਦਰਦ ਹੁੰਦੀ ਪਈ ਹੈ। ਖਾਣਾ ਖਾਣ ਤੋਂ ਬਾਅਦ ਬਦਹਜ਼ਮੀ ਹੋ ਜਾਂਦੀ ਹੈਗੀ ਹੈ, ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਕਿ ਪੇਟ 'ਚ ਮਰੋੜ ਉੱਠਣਾ, ਗੈਸ ਦੇ ਨਾਲ ਮਰੋੜ ਜੋੜਦੇ ਨੇ। ਯਕੀਨ ਕਰੋ ਕਾਵੇ ਦੀ ਰੈਸਪੀ ਤੁਸੀਂ ਯੂਜ਼ ਕਰੋਗੇ ਨਾ, ਇਨਸ਼ਾਅੱਲਾ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ। ਅਕਸਰ ਲੋਕਾਂ ਦੇ ਮੂੰਹ ਦੇ ਚੋਂ ਬੜੀ ਸਮੈਲ ਜੀ ਆਉਂਦੀ ਹੈਗੀ, ਉਹ ਬਰਸ਼ ਵੀ ਕਰਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਪੇਸਟਾਂ ਯੂਜ਼ ਕਰਦੇ ਨੇ, ਲੇਕਿਨ ਉਹਨਾਂ ਨੂੰ ਉਹਦਾ ਬਿਲਕੁਲ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਇਹ ਵਾਲਾ ਕਾਵਾ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਵੇ ਔਰ ਬਣਦਾ ਵੀ ਬਹੁਤ ਜ਼ਿਆਦਾ ਆਸਾਨ ਹੈ। ਕੁਛ ਲੋਕ ਕੀ ਕਰਦੇ ਨੇ, ਬਣਾ ਤੇ ਜ਼ਰੂਰ ਲੈਂਦੇ ਨੇ ਲੇਕਿਨ ਚੀਜ਼ਾਂ ਦੀ ਮਿਕਦਾਰ ਦਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਮਿਕਦਾਰ ਕਿੰਨੀ ਕੁ ਪਾਣੀ ਹੈਗੀ। ਮੈਂ ਤੁਹਾਨੂੰ ਇਹਦੀ ਮਿਕਦਾਰ ਦੱਸਾਂਗੀ। 2 ਕੱਪ ਪਾਣੀ ਜਿਹੜਾ ਨਾ ਅਸੀਂ ਉਹਨੂੰ ਪਕਾਉਣਾ ਵੇ ਕਿ ਅੱਧਾ ਪਾਣੀ ਹੋ ਜਾਏਗਾ। ਹਲਕੀ ਆਂਚ ਤੇ ਇਹਨੂੰ ਪੱਕਣ ਦੇਂਦਾ ਵੇ, ਤੇਜ਼ੋ ਤੇਜ਼ ਜੋਸ਼ ਨਹੀਂ ਮਾਰਨੇ ਹੈਗੇ ਕਿ ਜਿਸ ਤਰ੍ਹਾਂ ਅਸੀਂ ਚਾਹ ਪਕਾਉਂਦੇ ਹਾਂ, ਚਾਹ ਨਹੀਂ ਵੰਗਰ ਨਹੀਂ ਬਣਦਾ। ਇਹਦਾ ਤਰੀਕਾ ਜ਼ਰਾ ਥੋੜਾ ਜਿਹਾ ਮੁਨਫਰੀ ਦੇ, ਇਹਦਾ ਅਰਕ ਜਿਹਨੂੰ ਕਹਿੰਦੇ ਨੇ ਨਾ ਕੱਢਣਾ, ਉਸ ਤਰ੍ਹਾਂ ਸੌਂਫ ਦਾ ਅਰਕ ਜਿਹੜਾ ਪਾਣੀ ਚ ਆਏਗਾ ਉਹ ਸਾਨੂੰ ਬਹੁਤ ਜ਼ਿਆਦਾ ਫਾਇਦਾ ਦੇਗਾ। ਇਹ ਜਿਹੜੀਆਂ ਬੱਚੀਆਂ ਦੇ ਪੇਟ ਦਾ ਮਸਲਾ ਵੇ, ਅਕਸਰ ਉਹ ਕਹਿੰਦੇ ਨੇ ਕਿ ਬੱਚੀਆਂ ਜੋ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀਆਂ ਨੇ, ਰਿਸ਼ਤਿਆਂ 'ਚ ਰੁਕਾਵਟ ਹੁੰਦੀ ਹੈਗੀ ਹੈ, ਮੋਟਾਪਾ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ, ਤੰਗ ਰਹਿੰਦੀਆਂ ਨੇ, ਵਰਜ਼ਿਸ਼ ਉਹਨਾਂ ਦੇ ਵਾਸਤੇ ਵਰਜ਼ਿਸ਼ ਵੀ ਕਰਦੀਆਂ ਨੇ ਲੇਕਿਨ ਉਹਦੇ ਨਾਲ ਵੀ ਉਹਨਾਂ ਨੂੰ ਕੋਈ ਖਾਸ ਫਾਇਦਾ ਨਹੀਂ ਹਾਸਿਲ ਹੁੰਦਾ। ਤੇ ਉਹਨਾਂ ਵਾਸਤੇ ਵੀ ਇਹ ਕਾਵਾ ਬਹੁਤ ਫਾਇਦੇਮੰਦ ਹੈ। ਮੈਂ ਪਹਿਲੇ ਇਹਦੇ 'ਚ ਚੀਜ਼ਾਂ ਪਾ ਦਾਂ, ਤੁਹਾਨੂੰ ਅੱਗੋਂ ਮਜ਼ੀਦ ਦੱਸਣੀਆਂ। ਹੁਣ ਜਿਹੜੀ ਸੌਂਫ ਹੈ ਨਾ, ਤੁਸੀਂ ਅੱਧੀ ਚਮਚੀ ਦੇ ਕੋਲ ਪਾਣੀ ਹੈ, ਦੇਖੋ ਇੰਨੀ ਕੁ ਜ਼ਿਆਦਾ, ਥੋੜੀ ਕੋਲ ਹੋ ਗਈ, ਠੀਕ ਹੈ। ਇਹਦੇ ਵਿੱਚ ਅਸੀਂ 2 ਇਲਾਚੀਆਂ ਪਾਣੀਆਂ ਨੇ, ਛੋਟੀਆਂ ਸਬਜ਼ ਇਲਾਚੀਆਂ 2। ਇਹਨੂੰ ਛੁਰੀ ਦੀ ਮਦਦ ਨਾਲ ਖੋਲ ਲਵੋ, ਖੋਲ ਕੇ ਦਾਣੇ ਇਹਦੇ ਪਾਣੇ ਨੇ, ਸਾਬਤ ਨਹੀਂ ਵੀ ਸੁੱਟ ਦੇਣਾ। 2 ਇਲਾਚੀਆਂ ਬਸ, ਜ਼ਿਆਦਾ ਨਹੀਂ, बस। ਤੇ ਜਦੋਂ ਇਹ ਕਾਵਾ ਹਲਕੀ ਅੱਗ ਤੇ ਪਕਣਾ ਸ਼ੁਰੂ ਹੋ ਗਿਆ ਵੇ, ਇਹ ਨਾਲ ਨਾਲ ਅਰਕ ਨਿਕਲਦਾ ਪਿਆ ਤੇ ਮੈਂ ਤੁਹਾਨੂੰ ਦੱਸਣੀ ਵੀ ਸਭ ਬੱਚੀਆਂ ਵਾਸਤੇ, ਬੱਚੀਆਂ ਬੱਚੇ ਦੋਵੇਂ ਯੂਜ਼ ਕਰਨ। ਅੱਜ ਕੱਲ੍ਹ ਬੱਚੇ ਜਿਮ ਜੁਆਇਨ ਕਰਦੇ ਨੇ, ਬੜਾ ਬੜਾ ਪੈਸਾ ਟਾਈਮ ਸਭ ਕੁਝ, ਉਹ ਵੀ ਅਗਰ ਤੁਸੀਂ ਜਾਰੀ ਰੱਖੋ ਦੇ ਨਾਲ ਨਾਲ ਤੁਸੀਂ ਇਹ ਕਾਵਾ ਵੀ ਇਸਤੇਮਾਲ ਕਰੋ। ਅਗਰ ਤੁਸੀਂ ਇਹਦਾ ਖਾਲੀ ਪੇਟ ਇਸਤੇਮਾਲ ਕਰੋਗੇ ਇਹਦਾ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਹਾਸਿਲ ਹੋਣਗੇ। ਇਹਨੂੰ ਤੁਸੀਂ ਇੱਕ ਦਿਨ ਨਹੀਂ ਪੀਣਾ ਹੈਗਾ। ਜੇ ਅਗਰ ਤੁਸੀਂ ਪੇਟ ਲੂਜ਼, ਆਪਣਾ ਵਜ਼ਨ ਕਮ ਕਰਨਾ ਚਾਹੁੰਦੇ ਹੋ, ਚਰਬੀ ਪਿਘਲਾਉਣਾ ਚਾਹੁੰਦੇ ਹੋ, ਫਿਰ ਤੁਹਾਨੂੰ ਇਹ ਕਮ ਸੇ ਕਮ 15 ਦਿਨ ਲਗਾਤਾਰ ਪੀਣਾ ਪਏਗਾ। ਫਿਰ ਤੁਹਾਨੂੰ ਇਹਦੇ ਜਿਹੜੇ ਨਤਾਇਜ ਨੇ ਜ਼ਾਹਿਰ ਹੋਣੇ ਸ਼ੁਰੂ ਹੋ ਜਾਣਗੇ। ਇਹਦੇ ਕੋਈ ਸਾਈਡ ਇਫੈਕਟ ਨਹੀਂ ਨੇ। ਸੌਂਫ ਇਹ ਛੋਟੇ ਬੱਚਿਆਂ ਨੂੰ ਅਸੀਂ ਅਕਸਰ ਛੋਟੇ ਹੁੰਦੇ ਆ ਜਦੋਂ ਉਹਨਾਂ ਦੇ ਪੇਟ 'ਚ ਗੈਸ ਹੋ ਜਾਂਦੀ ਹੈਗੀ, ਦੁੱਧ 'ਚ ਪਾ ਕੇ ਦੇਂਦਾ। ਮੈਂ ਆਪਣੇ ਬੱਚਿਆਂ ਨੂੰ ਵੀ ਦੇਣੀ ਸਾਂ ਤੇ ਪੇਟ 'ਚ ਗੈਸ ਦਾ ਮਸਲਾ ਵੀ ਨਹੀਂ ਰਹਿੰਦਾ ਹੈਗਾ। ਛੋਟੇ ਬੱਚਿਆਂ ਨੂੰ ਸੌਂਫ ਦਾ ਇਸਤੇਮਾਲ ਜ਼ਰੂਰ ਕਰਵਾਇਆ ਕਰੋ। ਤੇ ਜਿਹੜਾ ਕਾਵਾ ਹੈਗਾ ਵੇ ਛੋਟੇ ਬੱਚਿਆਂ ਨੂੰ ਵੀ ਪਿਲਾ ਸਕਦੇ। ਛੋਟੇ ਬੱਚਿਆਂ ਦੀ ਅਕਸਰ ਠੰਡ ਲੱਗ ਜਾਂਦੀ ਹੈ, ਛਾਤੀ ਫੜੀ ਜਾਂਦੀ ਹੈਗੀ ਹੈ, ਉਹ ਸੀਨਾ ਉਹਨਾਂ ਦਾ ਚੱਕਰ, ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਠੱਕ ਠੱਕ ਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਨੇ, ਚਮਚੀ ਦੇ ਨਾਲ ਉਹਨਾਂ ਨੂੰ ਸ਼ਹਿਦ ਪਾ ਕੇ ਦੇਵੋ ਤੇ ਆਰਾਮ ਦੇ ਨਾਲ ਨੀਮ ਗਰਮ ਕਰਕੇ ਉਹਨਾਂ ਨੂੰ ਪਿਆਣਾ ਵੇ। ਤੇ ਗਰਮ ਗਰਮ ਨਹੀਂ ਕਿ ਉਹਨਾਂ ਦਾ ਮੂੰਹ ਹੀ ਸਾੜ ਦੇਵੋ। ਇਹਦੇ ਫਾਇਦੇ ਬਹੁਤ ਜ਼ਿਆਦਾ ਹੈਗੇ ਨੇ। ਇਹ 2 ਹੀ ਚੀਜ਼ਾਂ ਦਾ ਕਾਵਾ ਬਣਨਾ, ਲੇਕਿਨ ਮਾਸ਼ਾਅੱਲਾ ਹਜ਼ਾਰ ਇਹਦੇ ਬੜੇ ਮਸਲਿਆਂ 'ਚ ਇਸਤੇਮਾਲ ਹੁੰਦਾ ਹੈ। ਅਕਸਰ ਕਹਿੰਦੇ ਨੇ ਗੁਰਦੇ 'ਚ ਪੱਥਰੀ ਹੈਗੀ ਹੈ, ਇਹ ਵੀ ਇਸਤੇਮਾਲ ਲਗਾਤਾਰ ਕਰਦੇ ਰਹੋ, ਪੱਥਰੀ ਵੀ ਇਨਸ਼ਾਅੱਲਾ ਤਾਲਾ ਤੁਹਾਡੀ ਟੁੱਟ ਜਾਵੇਗੀ। ਤੇ ਉਸ ਤੋਂ ਬਾਅਦ ਜਿਹੜਾ ਮੂੰਹ 'ਚ ਬੋ ਆਉਂਦੀ, ਉਹ ਸਭ ਤੋਂ ਵੱਡਾ ਮਸਲਾ ਦਾ ਨਾ ਇਹਦੀ ਖੁਸ਼ਬੂ ਮੂੰਹ 'ਚੋਂ ਆਉਣ ਲੱਗ ਪੈਂਦੀ ਹੈਗੀ ਹੈ। ਸੌਂਫ ਚਬਾਉਣ ਨਾਲ ਵੀ ਬੜਾ ਫਾਇਦਾ ਹੁੰਦਾ ਲੇਕਿਨ ਉਹ ਦੰਦਾਂ 'ਚ ਫਸ ਜਾਂਦੀ ਹੈਗੀ, ਉਹਦੇ ਨਾਲ ਇਨਸਾਨ ਬਹੁਤ ਜ਼ਿਆਦਾ ਤੰਗ ਹੁੰਦਾ। ਲੇਕਿਨ ਇਹ ਕਾਵੇ ਦਾ ਇਸਤੇਮਾਲ ਤੁਸੀਂ ਆਪਣੀ ਆਦਤ ਬਣਾ ਲਵੋ। ਜਿਨ੍ਹਾਂ ਦੇ ਖਾਸ ਕਰਕੇ ਪੇਟ ਵਧੇ ਹੋਏ ਨੇ, ਜਿਨ੍ਹਾਂ ਨੂੰ ਬਦਹਜ਼ਮੀ ਰਹਿੰਦੀ ਹੈ, ਭੈੜੇ ਭੈੜੇ ਡਕਾਰ ਆਉਂਦੇ ਨੇ, ਜਿਨ੍ਹਾਂ ਦੇ ਪਿੱਤੇ ਦਾ ਆਪਰੇਸ਼ਨ ਹੋ ਗਿਆ ਹੁੰਦਾ ਵੇ, ਅਕਸਰ ਉਹਨਾਂ ਨੂੰ ਡਕਾਰ ਇੰਨੇ ਗੰਦੇ ਆਉਂਦੇ ਨੇ ਕਿ ਮਹਿਫਿਲ ਵਿੱਚ ਆਪਣੇ ਆਪ ਨੂੰ ਬੜਾ ਮਤਲਬ ਸ਼ਰਮਿੰਦਗੀ ਮਹਿਸੂਸ ਕਰਦੇ ਨੇ। ਡਕਾਰ ਐਸੀ ਚੀਜ਼ ਹੈ ਜਿਹੜਾ ਰੁਕ ਨਹੀਂ ਸਕਦਾ ਹੈਗਾ, ਮਾਰਨ ਵਾਲਾ ਆਪਣੇ ਆਪ 'ਚ ਸ਼ਰਮਿੰਦਾ ਹੋ ਜਾਂਦਾ। ਜਦੋਂ ਕਾਵਾ ਪੀਣਾ ਸ਼ੁਰੂ ਕਰੇਗਾ ਉਹ ਜਿਹੜੀਆਂ ਗੜ ਗੜ ਦੀਆਂ ਡਕਾਰ ਦੀਆਂ ਆਵਾਜ਼ਾਂ ਆਉਂਦੀਆਂ ਨੇ ਉਹ ਵੀ ਤੁਹਾਡੀਆਂ ਸਹੀ ਹੋ ਜਾਣਗੀਆਂ, ਗੈਸ ਦੇ ਮਸਲੇ ਸਹੀ ਹੋ ਜਾਣਗੇ, ਸਿਰ ਦਰਦ ਦੀ ਉਹ ਸਹੀ ਹੋ ਜਾਵੇਗੀ। ਜਿਹੜੀਆਂ ਮਤਲਬ ਹਰ ਤਰ੍ਹਾਂ ਦੀ ਤੁਹਾਡੀਆਂ ਜਿਹੜੀਆਂ ਗੈਸ ਦੀਆਂ ਤਰ੍ਹਾਂ ਤਰ੍ਹਾਂ ਦੇ ਮਸਲੇ ਨੇ ਨਾ, ਉਹਨਾਂ ਵਾਸਤੇ ਕਾਵਾ ਮਾਸ਼ਾਅੱਲਾ ਬਹੁਤ ਜ਼ਬਰਦਸਤ ਹੈ। ਇਹਦਾ ਕਲਰ ਤੁਸੀਂ ਵੇਖ ਸਕਦੇ ਹੈਗੇ ਹੋ, ਕੋਈ ਪੱਤੀ ਨਹੀਂ ਅਸੀਂ ਵਿੱਚ ਪਾਣੀ, ਕੋਈ ਸ਼ੈ ਨਹੀਂ ਪਾਣੀ ਹੈਗੀ। ਇਹਦਾ ਮਾਸ਼ਾਅੱਲਾ ਜਿਹੜਾ ਸੌਂਫ ਦਾ ਅਰਕ ਹੈ ਨਾ ਉਹ ਇਹਦੇ 'ਚ ਨਿਕਲ ਆਏਗਾ ਔਰ ਅਰਕ ਦੇ ਨਾਲ ਹੀ ਇਹਨੇ ਜ਼ਬਰਦਸਤ ਬਣ ਜਾਣਾ ਹੈਗਾ ਵੇ। ਤੇ ਅਗਰ
ਤੁਹਾਡਾ weight ਜ਼ਿਆਦਾ ਹੋਵੇ, ਤੁਸੀਂ ਉਹਨੂੰ weight ਕਮ ਕਰਨਾ ਚਾਹੁੰਦੇ, ਫਿਰ ਤੁਸੀਂ ਨਿੰਬੂ ਦਾ ਇਸਤੇਮਾਲ ਕਰ ਸਕਦੇ ਹੋ। ਤੇ ਦੂਸਰੀ ਸੂਰਤ 'ਚ ਤੁਹਾਨੂੰ ਨਿੰਬੂ ਦੀ ਜ਼ਰੂਰਤ ਨਹੀਂ ਹੈਗੀ। ਤੇ ਜਿਹੜੀਆਂ ਬੱਚੀਆਂ ਦੇ ਮਤਲਬ ਡਿਲੀਵਰੀ ਕੇਸ 'ਚੋਂ ਨਿਕਲਦੀਆਂ ਨੇ, ਅਕਸਰ ਉਹਨਾਂ ਨੂੰ ਮਸਲੇ ਰਹਿੰਦੇ ਨੇ, ਉਹਨਾਂ ਦਾ ਪੇਟ ਕਾਫੀ ਦੇਰ ਲਟਕਿਆ ਰਹਿੰਦਾ ਹੈ, ਉਹ ਸਾਸੇ ਕਮਤਰੀ 'ਚ ਮੁਬਤਲਾ ਹੋ ਜਾਂਦੀਆਂ ਨੇ, ਬੜੇ ਯਤਨ ਕਰਦੀਆਂ ਨੇ। ਉਹਨਾਂ ਵਾਸਤੇ ਕਾਵਾ ਬਹੁਤ ਜ਼ਬਰਦਸਤ ਹੈ, ਲੇਕਿਨ ਉਹਨਾਂ ਨੂੰ ਇਹ ਨਿੰਬੂ ਨਹੀਂ ਨਾਲ ਇਸਤੇਮਾਲ ਕਰਾਉਣਾ, ਕਿਉਂਕਿ ਜ਼ਖਮਾਂ ਵਾਸਤੇ ਨਿੰਬੂ ਅੱਛਾ ਨਹੀਂ ਹੁੰਦਾ ਹੈਗਾ। ਉਹਨਾਂ ਨੂੰ ਇਹ ਸਾਦਾ ਹੀ ਕਾਵਾ ਦੇਣਾ ਵੇ। ਨਿੰਬੂ ਹਰ ਇੱਕ ਨੇ ਨਹੀਂ ਪੀਣਾ ਹੈਗਾ, ਜਿਨ੍ਹਾਂ ਦਾ ਵਜ਼ਨ ਜ਼ਿਆਦਾ ਵੇ ਉਹਨਾਂ ਵਾਸਤੇ ਨਿੰਬੂ ਵੇ, ਲੇਕਿਨ ਜਿਨ੍ਹਾਂ ਨੂੰ ਗੈਸ ਦਾ ਮਸਲਾ ਵੇ, ਬਦਹਜ਼ਮੀ ਦਾ ਮਸਲਾ ਹੈ, ਉਹਨਾਂ ਵਾਸਤੇ ਨਿੰਬੂ ਦੀ ਜ਼ਰੂਰਤ ਨਹੀਂ ਹੈਗੀ। ਤੁਹਾਡੀ ਮਰਜ਼ੀ ਹੈਗੀ ਹੈ ਜੇ ਚੀਨੀ ਪਾ ਲਵੋ, ਗੁੜ ਪਾ ਲਵੋ ਜਾਂ ਸ਼ਹਿਦ ਪਾ ਲਵੋ। ਸ਼ਹਿਦ ਜਿਹੜਾ ਹੈਗਾ ਵੇ ਇਹਦੇ ਫਵਾਇਦ ਬਹੁਤ ਜ਼ਿਆਦਾ ਹੈਗੇ ਨੇ। ਇਹ ਰਲ ਜਾਏਗਾ ਜਦੋਂ ਤੇ ਹੋਰ ਵੀ ਜ਼ਿਆਦਾ ਇਹਦਾ ਮਤਲਬ ਬੈਨੀਫਿਟ ਜ਼ਿਆਦਾ ਹੋ ਜਾਂਦੇ ਨੇ। ਲੇਕਿਨ ਸ਼ਹਿਦ ਅਸਲੀ ਮਿਲਦਾ ਕਿੱਥੋਂ ਵੇ? ਜਿਨ੍ਹਾਂ ਨੂੰ ਅਸਲੀ ਮਿਲ ਜਾਏ ਤੇ ਸੁਭਾਨ ਅੱਲਾ। ਇਹ ਜਿਹੜੇ ਮਾਰਕੀਟੋਂ ਮਿਲਦੇ ਨੇ ਉਹੀ ਸ਼ਹਿਦ ਕਹਿੰਦੇ ਤੇ ਛੋਟੀ ਮੱਖੀ ਦਾ ਹੀ ਨੇ, ਲੇਕਿਨ ਉਹੀ ਚੀਨੀ ਪਾ ਕੇ ਵੇਚ ਦਿੰਦੇ ਨੇ। ਜੇ ਤੁਹਾਨੂੰ ਅਸਲੀ ਸ਼ਹਿਦ ਮਿਲ ਜਾਏ ਤੇ ਅੱਲਾਹ ਤਾਲਾ ਦਾ ਬਹੁਤ ਕਰਮ ਹੈ, ਲੱਭ ਜਾਵੇ। ਤੇ ਇਹ ਸਾਡਾ ਹੁਣ ਕਾਵਾ ਤਿਆਰ ਹੋ ਚੱਲਾ ਵੇ। ਤੇ ਕਾਵਾ ਪੀਣ ਲੱਗਿਆ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਗਰਮ ਕਾਵਾ ਨਹੀਂ ਪੀਣਾ। ਅਗਰ ਤੁਹਾਡੇ ਮਿਹਦੇ 'ਚ ਗੈਸ ਹੈ, ਮਿਹਦੇ 'ਚ ਜ਼ਖਮ ਨੇ, ਤੇ ਫਿਰ ਤੁਸੀਂ ਇਹਨੂੰ ਨੀਮ ਗਰਮ ਕਰਕੇ ਇਸਤੇਮਾਲ ਕਰਨਾ ਹੈਗਾ। ਜੇ ਤੁਹਾਡੇ ਸਿਰ 'ਚ ਦਰਦ ਹੈਗੀ ਹੈ ਤੇ ਫਿਰ ਤੁਸੀਂ ਇਹਨੂੰ ਜ਼ਰਾ ਗਰਮ ਲਵੋਗੇ, ਫਿਰ ਤੁਹਾਨੂੰ ਉਹਦਾ ਜ਼ਿਆਦਾ ਫਾਇਦਾ ਹੋਏਗਾ। ਲੇਕਿਨ ਜਿਹੜੇ ਮਿਹਦੇ 'ਚ ਜ਼ਖਮ ਵਾਲੇ ਨੇ, ਮਿਹਦੇ 'ਚ ਗੈਸ ਵਗੈਰਾ ਦਾ ਬਸ ਉਹ ਨੀਮ ਗਰਮ ਪੀਣਗੇ, ਉਹਨਾਂ ਨੂੰ ਬਹੁਤ ਜ਼ਿਆਦਾ ਇਹ 'ਚ ਫਾਇਦਾ ਹੋਏਗਾ ਇਨਸ਼ਾਅੱਲਾ ਤਾਲਾ। ਇਹ ਦੇਖ ਸਕਦੇ ਹੋ ਸਾਡਾ ਕਾਵਾ ਬਿਲਕੁਲ ਤਿਆਰ ਹੋ ਚੱਲਾ ਵੇ। ਤੇ ਅਸੀਂ ਹੁਣ ਆਪਣਾ ਚੁੱਲ੍ਹਾ ਇੱਥੇ ਬੰਦ ਕਰ ਦੇਵਾਂਗੇ। ਇਹ ਪਾਣੀ ਸਾਡਾ ਹੁਣ ਅੱਧਾ ਰਹਿ ਗਿਆ ਵੇ। ਹੁਣ ਥੋੜੀ ਦੇਰ ਅਸੀਂ ਚੁੱਲ੍ਹੇ ਤੇ ਠੰਡਾ ਹੋਣ ਦੇਵਾਂਗੇ ਤੇ ਫਿਰ ਉਹਨੂੰ ਅਸੀਂ ਆਪਣੇ ਕੱਪ 'ਚ ਪਾ ਲਵਾਂਗੇ। ਇਹਦੀ ਲੁੱਕ ਤੁਸੀਂ ਦੇਖ ਸਕਦੇ ਮਾਸ਼ਾਅੱਲਾ ਕਿੰਨੀ ਸੋਹਣੀ ਪੀਲੀ ਜੀ ਨਿਕਲ ਆਈ ਹੈ। ਤੇ ਤੁਹਾਨੂੰ ਮੇਰੀ ਅਗਰ ਕਾਵਾ ਇਸਤੇਮਾਲ ਕਰੋਗੇ ਇਨਸ਼ਾਅੱਲਾ ਤਾਲਾ ਤੁਹਾਨੂੰ ਇਹਦੇ ਬਹੁਤ ਜ਼ਿਆਦਾ ਫਾਇਦੇ ਹੋਣਗੇ। ਅਗਰ ਤੁਹਾਨੂੰ ਫਾਇਦਾ ਹੋਇਆ ਤੇ ਦੁਆਵਾਂ 'ਚ ਮੈਂ ਆਪਣੀ ਭੈਣ ਨੂੰ ਵੀ ਯਾਦ ਰੱਖਣਾ। ਤੇ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਤੇ ਮੈਂ ਤੁਹਾਨੂੰ ਹੁਣ ਇਹਨੂੰ ਕੱਪ 'ਚ ਪਾ ਕੇ ਦਿਖਾਉਂਦੀ ਹਾਂ। ਇਹ ਦੇਖੋ ਮਾਸ਼ਾਅੱਲਾ ਇਹਦਾ ਕਲਰ ਕਿੰਨਾ ਸੋਹਣਾ। ਤੁਹਾਡੇ ਸਾਹਮਣੇ ਮੈਂ ਇਹਦੇ 'ਚ ਦੋ ਚੀਜ਼ਾਂ ਤੋਂ ਇਲਾਵਾ ਤੀਸਰੀ ਚੀਜ਼ ਕੋਈ ਵੀ ਨਹੀਂ ਪਾਈ ਹੈ। ਮਾਸ਼ਾਅੱਲਾ ਦਾ ਤੁਸੀਂ ਕਲਰ ਦੇਖੋ ਕਿੰਨਾ ਖੂਬਸੂਰਤ ਹੈ। ਇਹਦੇ ਵਿੱਚ ਹੁਣ ਤੁਸੀਂ ਸ਼ਹਿਦ ਪਾਣਾ ਚਾਹੁੰਦੇ ਹੋ, ਚੀਨੀ ਪਾਣਾ ਚਾਹੁੰਦੇ ਹੋ, ਗੁੜ ਪਾਣਾ ਚਾਹੁੰਦੇ ਹੋ, ਤੁਹਾਡੀ ਆਪਣੀ ਮਰਜ਼ੀ। ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੈ ਤੇ ਫਿਰ ਸੋਹਣਾ ਜਿਹਾ ਇੱਕ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਅਜ਼ੀਜ਼ਾਂ ਨੂੰ ਜਿਨ੍ਹਾਂ ਨੂੰ ਮਸਲੇ ਮਸਾਇਲ ਨੇ ਮਜ਼ੀਦ ਸ਼ੇਅਰ ਕਰ ਦਿਓ। ਤੇ ਫਿਰ ਇਨਸ਼ਾਅੱਲਾ ਕਿਸੇ ਹੋਰ ਰੈਸਪੀ 'ਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅੱਲਾਹ ਹਾਫਿਜ਼।